हाँ जी, हेलो स्टूडेंट्स। तो पहुँच गए जी ਆਪਾਂ ਫਿਰ ਦੁਬਾਰਾ ਕੰਟੀਨਿਊਟੀ ਵਾਲੇ ਆਪਣੇ ਅਗਲੇ ਲੈਸਨ ਦੇ ਉੱਤੇ ਤੁਹਾਡੇ ਕੋਲ। ਠੀਕ ਹੈ, ਅਗਲੇ ਲੈਕਚਰ ਦੇ ਉੱਤੇ ਕਹਿ ਲਓ, ਲੈਸਨ ਉੱਤੇ ਕਹਿ ਲਓ, ਕੋਈ ਚਿੰਤਾ ਨਹੀਂ। ਕਹਿੰਦਾ ਡਿਸਕੰਟੀਨਿਊਟੀ ਦੱਸੋ ਜੀ ਇਸ ਫੰਕਸ਼ਨ ਦੀ ਕਿੱਥੇ ਹੈਗੀ ਹੈ ਤੁਹਾਡੇ ਕੋਲ। ਸੋ ਇਸ ਫੰਕਸ਼ਨ ਦੀ ਡਿਸਕੰਟੀਨਿਊਟੀ ਆਪਾਂ ਦੱਸਣੀ ਹੈਗੀ ਹੈ। ठीक है जी। सो ਜਿਹੜਾ ਹੈਗਾ ਤੁਹਾਡੇ ਕੋਲ ਡਿਸਕੰਟੀਨਿਊਟੀ ਲਈ ਕਰੀਦਾ ਕੀ ਹੈ। ਸਿੱਧੀ ਜੀ ਗੱਲ ਹੈ, ਜਦੋਂ ਤੁਸੀਂ ਕਿਤੇ ਵੀ log x ਲਿਖਿਆ ਮਿਲੂਗਾ ਤੁਹਾਨੂੰ ਤਾਂ ਗਾਰੰਟੀ ਲੈਣੀ ਹੈ ਕਿ x 0 ਨਾ ਹੋਵੇ ਤੇ x ਪੋਜ਼ਿਟਿਵ ਹੋਵੇ। ਅਗਲੇ ਨੇ ਮੋਡ ਲਿਖਤਾ, ਇਹਦਾ ਮਤਲਬ ਪੋਜ਼ਿਟਿਵਿਟੀ ਦਾ ਗਾਰੰਟੀ ਲੈ ਰਿਹਾ, ਇਹਦਾ ਮਤਲਬ 0 ਨਾ ਹੋਵੇ। ਤਾਂ ਇੱਕ ਡਿਸਕੰਟੀਨਿਊਟੀ ਤਾਂ 0 ਹੋਗੀ। ਦੂਸਰੀ ਗੱਲ, ਜਦੋਂ ਤੁਸੀਂ log ਤੁਸੀਂ ਲਿਖਤਾ ਨੀਚੇ ਹੈ ਨਾ, ਹੁਣ ਜੇ x ਦੀ ਵੈਲਿਊ 1 ਹੋਗੀ ਤਾਂ log 1 ਕਿੰਨਾ ਹੁੰਦਾ 0। ठीक है जी। तो फिर इन्फिनिटी बनने ਨੂੰ ਤਿਆਰ ਹੈ। ਇਹਦਾ ਮਤਲਬ ਤੁਹਾਡਾ ਮੋਡ 1 ਨਹੀਂ ਹੋਣਾ ਚਾਹੀਦਾ, ਤੁਹਾਡਾ x ਪਲੱਸ ਮਾਈਨਸ 1 ਨਹੀਂ ਹੋਣਾ ਚਾਹੀਦਾ। ਸੋ ਤੁਹਾਡਾ 0 ਨਾ ਹੋਵੇ, ਤੁਹਾਡਾ ਪਲੱਸ ਨਾ ਹੋਵੇ, ਤੁਹਾਡਾ ਮਾਈਨਸ 1 ਨਾ ਹੋਵੇ, ਡਿਸਕੰਟੀਨਿਊਟੀ ਅਰਾਈਜ਼ ਹੋਗੀ। ਤਾਂ ਬੇਸਿਕ ਫੰਡਾ ਕੀ ਚੱਕਿਆ ਇਹਦੇ ਵਿੱਚੋਂ? ਫੰਡਾ ਇਹ ਚੱਕਿਆ ਪਹਿਲਾਂ ਵੈਨ ਇਜ਼ ਲੋਗਰਿਥਮ ਡਿਫਾਈਨ, ਲੋਗਰਿਥਮ ਇਸ ਤਰ੍ਹਾਂ ਡਿਫਾਈਨ ਹੁੰਦਾ। ठीक है जी, अगर log x लिखा होवे ਤੁਹਾਡੇ ਕੋਲ। ਤੇ ਦੂਜੀ ਚੀਜ਼, ਆਪਣਾ ਕੁਐਸਚਨ 1 ਓਵਰ ਕਰਕੇ ਹੈ ਤਾਂ 1 ਓਵਰ ਕਰਕੇ ਇਹਦੀ ਵੈਲਿਊ 1 ਵੀ ਨਹੀਂ ਹੋਣੀ ਚਾਹੀਦੀ, ਕਿਉਂਕਿ ਜੇ 1 ਹੋਗੀ ਤਾਂ ਜਾਂਦੀ ਰਹਿਣੀ ਹੈ ਤੁਹਾਡੇ ਕੋਲ। ਤੇ ਆ ਹੋ ਗਿਆ। ਠੀਕ ਹੈ ਜੀ। ਹੁਣ ਜਿਹੜਾ ਅਗਲਾ ਕੁਐਸਚਨ ਹੈ, ਅਗਲਾ ਕੁਐਸਚਨ ਨੂੰ ਮਾਈਂਡ ਬਲੋਇੰਗ ਕੁਐਸਚਨ ਕਹਿੰਦੇ ਨੇ ਉਦਾਂ ਹੈ, ਕਿਉਂਕਿ ਮੈਂ ਇੱਥੇ ਗ੍ਰੇਟੈਸਟ ਇੰਟੀਜਰ ਯੂਜ਼ ਕੀਤਾ, ਇੱਥੇ ਮੈਂ ਸਮਾਲੈਸਟ ਇੰਟੀਜਰ ਯੂਜ਼ ਕੀਤਾ, ਇੱਥੇ ਮੈਂ ਇਹਨਾਂ ਦੀ ਪ੍ਰੋਡਕਟ ਯੂਜ਼ ਕੀਤੀ ਹੈ। ਸੋ ਗ੍ਰੇਟੈਸਟ ਇੰਟੀਜਰ ਤੇ ਸਮਾਲੈਸਟ ਇੰਟੀਜਰ ਜਿਹੜੇ ਹੈਗੇ, ਸੌਰੀ ਸਮਾਲੈਸਟ ਬੋਲ ਗਿਆ, ਫ੍ਰੈਕਸ਼ਨਲ ਪਾਰਟ। ਸੋ ਮਤਲਬ ਆਹ ਵਾਲਾ ਹੈ ਜਿਹੜਾ ਇਹ ਗ੍ਰੇਟੈਸਟ ਇੰਟੀਜਰ ਹੈ, GREATEST, ਗ੍ਰੇਟੈਸਟ ਇੰਟੀਜਰ। ਇਹ ਹੈਗਾ ਫ੍ਰੈਕਸ਼ਨਲ ਫੰਕਸ਼ਨ, ਫ੍ਰੈਕਸ਼ਨਲ ਪਾਰਟ। ਠੀਕ ਹੈ ਜੀ। ਸੋ ਅਗਰ ਤੁਹਾਨੂੰ ਇਹਦੇ ਵਿੱਚ ਡਾਊਟ ਹੈਗਾ ਤਾਂ ਮੈਂ ਥੋੜਾ ਜਿਹਾ ਤੁਹਾਨੂੰ ਵਾਪਸ ਉਹਦੇ ਵਿੱਚ ਆਪਾਂ ਕਨਸੈਪਟਸ ਦੇ ਵਿੱਚ ਲੈ ਜਾਂਦੇ ਆ ਤੁਹਾਡੇ ਕੋਲ, ਕਿਉਂਕਿ ਕਰਨੇ ਆਬਜੈਕਟਿਵ ਟਾਈਪ ਕੁਐਸਚਨਸ ਨੇ, ਕਨਸੈਪਟ ਨਾਲ ਡਿਸਕਸ। ਕਿਉਂਕਿ ਜੇ ਕਨਸੈਪਟ ਦੇ ਜ਼ਿਆਦਾ ਵੀਡੀਓ ਬਣਾਓ ਤਾਂ ਬੱਚੇ ਦੇਖਦੇ ਨਹੀਂ, ਬੱਚੇ ਕਹਿੰਦੇ ਆਂਦੇ ਆ ਸਾਨੂੰ ਤਾਂ ਕੁਐਸਚਨ ਦੱਸੋ ਪੇਪਰ 'ਚ ਆਉਣ ਵਾਲੇ। ਠੀਕ ਹੈ, ਤਾਂ ਕਨਸੈਪਟ ਦੀ ਗੱਲ ਕਰੀਏ, ਕੋਈ ਵੀ ਨੰਬਰ ਹੁੰਦਾ ਹੈ ਉਹਦੇ ਦੋ ਪਾਰਟ ਹੁੰਦੇ ਨੇ, ਇੱਕ ਇੰਟੈਗਰਲ ਪਾਰਟ ਹੁੰਦਾ, ਇੱਕ ਫ੍ਰੈਕਸ਼ਨਲ ਪਾਰਟ ਹੁੰਦਾ। ਕੋਈ ਵੀ ਨੰਬਰ ਹੋਵੇ, ਹੁਣ ਮੰਨ ਲਓ ਤੁਸੀਂ ਕਿਹਾ ਜੀ ਮੇਰਾ ਨੰਬਰ ਹੈਗਾ ਜੀ 3, ਤਾਂ ਜੇ ਤੁਹਾਡਾ 3 ਹੈ ਤਾਂ ਠੀਕ ਹੈ, ਇੰਟੈਗਰਲ ਪਾਰਟ ਇਹ 'ਚ 3 ਹੈ, ਫ੍ਰੈਕਸ਼ਨ ਇਹਦੇ ਵਿੱਚ ਹੈ ਨਹੀਂ। ਤੁਸੀਂ ਕਿਹਾ ਜੀ ਮੇਰਾ ਨੰਬਰ 3.5 ਹੈ, ਤਾਂ 3.5 ਵਿੱਚ ਇੰਟੈਗਰਲ ਪਾਰਟ 3 ਹੈ ਤੇ ਇਹ 0.5 ਹੈ। ਤਾਂ ਇਹਦਾ ਮਤਲਬ ਤੁਹਾਡਾ ਜਿਹੜਾ ਫ੍ਰੈਕਸ਼ਨਲ ਪਾਰਟ ਹੁੰਦਾ ਦੈਟ ਕੈਨ ਬੀ 0, ਪਰ 0 ਤੋਂ 1 ਦੇ ਵਿੱਚ ਬਾਉਂਡਡ ਫੰਕਸ਼ਨ ਹੈ। 1 ਤੋਂ ਉੱਤੇ ਫ੍ਰੈਕਸ਼ਨ ਨਹੀਂ ਹੋ ਸਕਦੀ ਤੁਹਾਡੇ ਪਾਸ। ਕਿਉਂ? ਕਿਉਂਕਿ ਤੁਸੀਂ 1 ਤੋਂ ਉੱਤੇ ਲਿਖੋਗੇ ਕਿਵੇਂ? ਤੁਸੀਂ 3.99 ਲਿਖ ਲੋਗੇ ਤਾਂ 0.99 ਹੋ ਜਾਏਗਾ, 4.1 ਲਿਖੋਗੇ ਤਾਂ 4 ਪੂਰਾ ਹੋ ਗਿਆ। ਦੂਜੀ ਚੀਜ਼ ਇਹਦੀ ਖਾਸੀਅਤ ਜਿਹੜੀ ਤੁਸੀਂ ਨੋਟ ਕਰੋਗੇ ਉਹ ਆਲਵੇਜ਼ ਪੋਜ਼ਿਟਿਵ ਵਾਲੀ ਹੈ, ਆਲਵੇਜ਼ ਪੋਜ਼ਿਟਿਵ। ਨॉन ਨੈਗੇਟਿਵ ਕਹਿ ਲਓ, ਕੋਈ ਦਿੱਕਤ ਨਹੀਂ, 0 ਵੀ ਹੈਗੀ ਹੈ ਤੁਹਾਡੇ ਕੋਲ, ਕਿਉਂਕਿ ਕਈ ਬੱਚੇ ਕੰਟਰਾਡਿਕਟ ਕਰਦੇ ਹੁੰਦੇ ਸਰ 0 ਵੀ ਤਾਂ ਹੈਗੀ ਹੈ। ਸੋ ਨॉन ਨੈਗੇਟਿਵ ਕਹਿ ਲਓ, ਨॉन ਨੈਗੇਟਿਵ। ਤਾਂ ਇਹਦਾ ਮਤਲਬ ਇਹ ਹੋਇਆ ਵੀ ਜੇ ਤੁਹਾਨੂੰ ਮੈਂ 2.5 ਕਹਿ ਦਾਂ ਤੇ ਮੈਂ ਤੁਹਾਨੂੰ ਕਹਿ ਦਾਂ ਨੈਗੇਟਿਵ ਹੈ ਜੀ 2.6 ਲਿਖ ਲਓ, ਚਲੋ 6 ਲਿਖਿਆ ਗਿਆ 6, ਤਾਂ ਇਹਦਾ ਫ੍ਰੈਕਸ਼ਨਲ ਪਾਰਟ ਦੱਸੋ 2.6 ਦਾ। ਤਾਂ ਇੱਥੇ ਬੜੀ ਮੁਸੀਬਤ ਹੋ ਜਾਣੀ ਹੈ। ਤੁਸੀਂ ਇਹਨੂੰ ਐਵੇਂ ਨਹੀਂ ਕਹਿ ਸਕਦੇ, ਤੁਸੀਂ ਕਹੋ ਮੈਂ ਜੀ 2.6 ਲਿਖ ਲਿਆ, ਆ ਇੰਟੈਗਰਲ ਪਾਰਟ ਹੈ ਜੀ, ਆ 0.6 ਨੈਗੇਟਿਵ, ਇਹ ਗਲਤ ਹੋ ਜਾਏਗਾ ਤੁਹਾਡਾ। ਇਹਦਾ ਮਤਲਬ ਤੁਸੀਂ 2.6 ਨੂੰ ਕੀ ਲਿਖੋਗੇ, ਤੁਹਾਡੇ ਕੋਲ ਤੁਹਾਨੂੰ ਹਰ ਹਾਲਤ 'ਚ ਐਸੀ ਇੱਕ ਐਡਜਸਟਮੈਂਟ ਕਰਨੀ ਪਏਗੀ ਤੁਹਾਡੇ ਕੋਲ। ਤੁਸੀਂ ਕੀ ਕਰੋਗੇ, -2 -1 +1 ਕਰ ਲੋਗੇ। ਠੀਕ ਹੈ ਜੀ। ਸੋ ਜਦੋਂ ਤੁਸੀਂ +1 ਕਰ ਲੋਗੇ ਇੱਥੇ ਤਾਂ -3 ਹੋ ਜਾਏਗਾ, ਇੱਥੇ 0.4 ਹੋ ਜਾਏਗਾ। ਹਲੇ ਵੀ -3 ਚੋਂ 0.4 ਘਟਾਏ -2.6 ਹੀ ਹੈ, ਹਲੇ ਵੀ ਕੁਝ ਨਹੀਂ ਚੇਂਜ ਹੋਇਆ, ਬਟ ਤੁਸੀਂ ਇਸ ਪਾਰਟ ਨੂੰ ਪੋਜ਼ਿਟਿਵ ਕਰ ਲਿਆ। ਇਹਦਾ ਮਤਲਬ ਹੈ ਕਿ ਮਾਈਨਸ ਅਗਰ 2.6 ਦਾ ਤੁਸੀਂ ਫ੍ਰੈਕਸ਼ਨਲ ਪਾਰਟ ਲੈਣਾ ਹੈ ਤਾਂ ਉਹਦਾ ਆਨਸਰ ਆਏਗਾ 0.4, ਤੇ ਜੇ -2.6 ਦਾ ਤੁਸੀਂ ਗ੍ਰੇਟੈਸਟ ਇੰਟੀਜਰ ਲੈਣਾ ਹੈ ਉਹ ਹੈਗਾ -3। ਸੋ ਇਹ ਚੀਜ਼ ਆਪਣਾ ਕਨਸੈਪਟ ਹੋਣਾ ਚਾਹੀਦਾ ਹੈ। ਸੋ ਅਗਰ ਤੁਸੀਂ ਮੈਂ ਤੁਹਾਨੂੰ ਕਹਾਂ 3.5 ਹੈ ਜੀ, 3.5 ਦਾ ਗ੍ਰੇਟੈਸਟ ਇੰਟੀਜਰ 0, ਦੇਖੋ ਰਟਾ ਤਾਂ ਹਰੇਕ ਨੇ ਮਾਰਿਆ ਹੁੰਦਾ ਵੀ ਪਿਛਲਾ ਇੰਟੀਜਰ ਲੈ ਲਓ, 3 ਆ ਗਿਆ। ਬਟ ਬੇਸਿਕ ਕਨਸੈਪਟ ਕੀ ਹੈ, ਜੇ ਮੈਂ ਤੁਹਾਨੂੰ ਕਹਾਂ 3.5 ਦਾ ਫ੍ਰੈਕਸ਼ਨਲ ਪਾਰਟ ਦੱਸੋ ਤਾਂ ਇਹਦਾ ਆ ਗਿਆ 0.5। बट बेसिक कंसेप्ट की है कि 3.5 इज द नंबर, 3.5 लिख लिया, 6 लिखा, कोई दिक्कत नहीं, 3.5, और इट कैन बी रिटन एज 3 × 0.5। 0.5 ਤੁਹਾਡਾ ਫ੍ਰੈਕਸ਼ਨਲ ਪਾਰਟ ਹੈ ਤੇ ਜਿਹੜਾ ਤੁਹਾਡੇ ਕੋਲ ਇਹ ਤੁਹਾਡਾ ਇੰਟੈਗਰਲ ਪਾਰਟ ਹੈ। ਸੋ ਇੰਨੀ ਕੁ ਚੀਜ਼ ਤੁਹਾਨੂੰ ਪਤਾ ਹੋਵੇ। ਜਿਉਂ-ਜਿਉਂ ਅੱਗੇ ਜਾਈ ਜਾਵਾਂਗੇ ਕੋਈ ਹੋਰ ਕੁਐਸਚਨ ਬੈਂਕਸ ਡਿਸਕਸ ਕਰਾਂਗੇ ਤਾਂ ਉਸ ਕੇਸ ਦੇ ਵਿੱਚ ਆਪਾਂ ਤੁਹਾਡੇ ਕੋਲ ਜਿਹੜਾ ਹੈਗਾ ਆਪਾਂ ਨਵੀਆਂ ਚੀਜ਼ਾਂ ਐਡ ਕਰਦੇ ਜਾਵਾਂਗੇ। ਤੁਹਾਡੇ ਕੋਲ ਦੇਖੋ ਕੁਐਸਚਨ ਤਾਂ ਮੇਰੇ ਖਿਆਲ 12 ਹੀ ਨੇ, ਬਟ 12 ਚ ਆਪਾਂ ਨੇ 3 ਵੀਡੀਓ ਲੈ ਲੈਣੇ ਨੇ। 3 ਵੀਡੀਓ ਦਾ ਮਤਲਬ ਹੈ ਤੁਹਾਡੇ ਕੋਲ ਬਈ ਜਿਹੜਾ ਹੈਗਾ ਤੁਹਾਡੇ ਕੋਲ
ਕਨਸੈਪਟ ਵੀ ਸਾਡੇ ਕਵਰ ਹੋ ਜਾਣਗੇ ਤੇ ਉਸ ਤੋਂ ਇਲਾਵਾ ਅਸੀਂ ਸਿੱਖ ਵੀ ਜਾਵਾਂਗੇ ਵੀ ਆ ਚੀਜ਼ ਹੈਗੀ ਹੈ। ਠੀਕ ਹੈ, ਸੋ ਜੇ ਤੁਹਾਡਾ ਇੰਟਰਸਟ ਹੈ ਤੁਸੀਂ ਕੋਈ ਐਗਜ਼ਾਮ ਕਲੀਅਰ ਕਰਨਾ ਦੈਨ ਫੋਕਸ ਕਰੋ ਜੀ, ਤੁਹਾਡੇ ਪਾਸ ਬਹੁਤ ਵਧੀਆ ਚੀਜ਼ਾਂ ਨੇ। ਉਸ ਤੋਂ ਬਾਅਦ ਇੱਕ ਐਲ ਹਸਪੀਟਲ ਰੂਲ ਹੁੰਦਾ ਹੈ, ਕਿਉਂਕਿ ਆਪਾਂ ਕੰਪੀਟੀਸ਼ਨ ਦੀ ਗੱਲ ਕਰ ਰਹੇ ਹਾਂ ਤੁਹਾਡੇ ਪਾਸ। ਸੋ ਐਲ ਹਸਪੀਟਲਸ ਰੂਲ ਹੁੰਦਾ ਹੈਗਾ ਹੈ ਤੁਹਾਡੇ ਕੋਲ, ਹੈਲਪ ਹਸਪੀਟਲਸ ਰੂਲ। ਇਹ ਕੀ ਕਹਿੰਦਾ, ਇਹ ਕਹਿੰਦਾ ਵੀ ਜੇ ਤੁਹਾਡਾ fx ਤੇ gx ਇੰਗਲਿਸ਼ਮੈਨ ਹੈ ਜਿਹੜੇ ਉਹ ਲੋਪੀਟਲਸ ਰੂਲ ਕਹਿੰਦੇ ਆ, ਕਿਸੇ a ਤੇ ਇਹ 0/0 ਸ਼ੋ ਕਰ ਰਿਹਾ ਹੋਵੇ ਜਾਂ ਇਨਫਿਨਿਟੀ ਕਰ ਰਿਹਾ ਹੋਵੇ ਤਾਂ ਉੱਪਰਲੇ ਦਾ ਡੈਰੀਵੇਟਿਵ ਅਲੱਗ ਤੋਂ ਕਰ ਦੇਣਾ, ਨਿਚਲੇ ਦਾ ਡੈਰੀਵੇਟਿਵ ਅਲੱਗ ਤੋਂ ਕਰ ਦੇਣਾ। ਤੇ ਜੇ ਮੰਨ ਲਓ ਇਹ ਸਟਿਲ 0/0 ਕਰ ਰਿਹਾ x ਅਪਰੋਚਿਸ ਟੂ ਕਿਸੇ ਖਾਸ ਲਿਮਟ, ਦੈਨ ਉੱਪਰਲੇ ਦਾ ਡੈਰੀਵੇਟਿਵ ਅਲੱਗ ਤੋਂ ਕਰ ਦੇਣਾ, ਨਿਚਲੇ ਦਾ ਅਲੱਗ ਤੋਂ ਕਰ ਲੈਣਾ, ਜਦ ਤੱਕ ਤੁਹਾਡਾ ਆਨਸਰ ਨਹੀਂ ਆ ਜਾਂਦਾ ਫਾਈਨਾਈਟ ਵੈਲਿਊ। ਸੋ ਇਹ ਤੁਹਾਡਾ ਐਲ ਹਸਪੀਟਲ ਰੂਲ ਹੈ। ਸੋ ਇਹ ਵੀ ਬੜਾ ਵੰਡਰਫੁਲ ਹੈ, ਤੁਹਾਡੇ ਪਾਸ ਕਈ ਸਾਰੇ ਲਿਮਟ ਦੇ ਕੁਐਸਚਨ ਹੈ ਜਿਹੜੇ ਇਹ ਤੁਹਾਨੂੰ ਕਰਵਾ ਦਿੰਦਾ ਹੈਗਾ ਤੁਹਾਡੇ ਕੋਲ। ਸੋ ਬੜਾ ਅੱਛਾ ਰੂਲ ਹੈਗਾ ਜੀ ਐਲ ਹਸਪੀਟਲ ਰੂਲ। ਠੀਕ ਹੈ, ਤਾਂ ਹੁਣ ਆਪਾਂ ਆਪਣੇ ਕੁਐਸਚਨ ਨੂੰ ਸੋਲਵ ਕਰੀਏ। ਤਾਂ ਜਿਹੜਾ ਮੇਰਾ ਕੁਐਸਚਨ ਹੈਗਾ ਇਹ ਕੁਐਸਚਨ ਦੇ ਵਿੱਚ ਮੈਨੂੰ ਦਿੱਤਾ ਕੀ ਹੋਇਆ, ਪਹਿਲਾਂ ਤਾਂ ਇਹ ਫੰਕਸ਼ਨ ਦਿੱਤਾ ਹੋਇਆ ਤੇ ਇਹਦੀ f(0) ਨਿਕਾਲਣੀ ਹੈ, ਸਾਰੀ ਸਟੋਰੀ ਹੀ f(0) ਤੇ ਖੜੀ ਹੈ। ठीक है, तो f(0) निकालनी है तो मतलब 0 ਤੇ ਕੰਟੀਨਿਊਟੀ ਹੋਊਗੀ, ਸਿੱਧੀ 0 ਭਰੋਗੇ ਤਾਂ ਇੱਥੇ 0, ਇੱਥੇ cos 0 1, ਇੱਥੇ 1 0/0 ਬਣ ਗਿਆ। ਇਹਦਾ ਮਤਲਬ ਇਹ ਹੈ ਕਿ ਤੁਸੀਂ ਐਲ ਹਸਪੀਟਲ ਰੂਲ ਤਾਂ ਲਗਾ ਸਕਦੇ ਹੋ, ਇਹ ਚੀਜ਼ ਤਾਂ ਪੱਕੀ ਹੈਗੀ ਹੈ ਤੁਹਾਡੇ ਪਾਸ। ਸੋ ਮੈਂ ਦੁਬਾਰਾ ਲਿਖਣ ਲੱਗਿਆ ਵਾਂ ਜੀ, ਅਦਰਵਾਈਜ਼ ਲਿਮਟ ਤੁਹਾਨੂੰ ਤੰਗ ਕਰੇਗੀ ਇਹ ਤੁਹਾਡੇ ਕੋਲ। ਸੋ ਆਪਾਂ ਨੇ ਕੀ ਲਿਖਣਾ ਹੈਗਾ ਤੁਹਾਡੇ ਕੋਲ, ਸੋ ਮੈਂ ਇਹਦੀ ਸਟੇਟਮੈਂਟ ਲਿਖ ਲੈਣ ਤੁਸੀਂ। ਸੋ ਬੈਕ ਜਾ ਕੇ ਮੈਨੂੰ ਸਟੇਟਮੈਂਟ ਲਿਖਣੀ ਪੈਣੀ ਹੈ। ਇਹ ਜ਼ਰੂਰ ਹੁੰਦਾ ਜਦੋਂ ਆਪਾਂ ਵਨ ਨੋਟ 'ਚ ਕਰ ਰਹੇ ਹੁੰਦੇ ਆ ਤਾਂ ਪਿੱਛੇ ਜ਼ਰੂਰ x ਮਾਈਨਸ e ਦੀ ਪਾਵਰ x ਪਲੱਸ cos 2x, x ਮਾਈਨਸ e ਦੀ ਪਾਵਰ s ਪਲੱਸ cos 2x डिवाइडेड बाय x स्क्वायर लिमिट x अप्रोचेस टू 0 पॉजिटिव ले लो नेगेटिव ले लो, इन्हें f(0) बन ही जाना। सो इत्थे 0 डालोगे तो इत्थे 0 आ गया, e की पावर 0 1 cos 0 1, सो ये 0/0 है। तो तुसी एल हॉस्पिटल रूल लगा दो, x का डेरिवेटिव 1, e की पावर cos का माइनस sin 2x, इत्थे आ जाएगा 2 तो इत्थे आ जाएगा 2x, x अप्रोचेस टू 0 पॉजिटिव। ठीक है, सो इत्थे तुसी ਹੁਣ जब ਤੁਸੀਂ 0 ਭਰੋਗੇ e ਦੀ ਪਾਵਰ 0 1, ਇਹਨੇ ਕੱਟਿਆ ਜਾਣਾ sin 0, ਸਟਿਲ 0/0 ਹੈ। तो ਦੁਬਾਰਾ ਲਾਓ, ਇਹਦਾ 0 e ਦੀ ਪਾਵਰ x, sin ਦਾ ਜਿਹੜਾ ਹੈਗਾ ਤੁਹਾਡੇ ਪਾਸ ਡੈਰੀਵੇਟਿਵ, sin ਦਾ ਡੈਰੀਵੇਟਿਵ cos 2 ਅੱਗੇ तो 4 cos 2x ਆ ਗਿਆ, डिवाइडेड बाय 2, x अप्रोचेस टू 0, e ਦੀ ਪਾਵਰ 0 1 cos 0 1 4/2, अल्टीमेटली -5/2 ਆ ਗਿਆ। ਇਹਦਾ ਮਤਲਬ ਇਹ ਹੋਇਆ ਕਿ ਤੁਹਾਡਾ f(0) ਹੈ, समझ लो f(0) आ गया -5/2। ठीक है, तो जे तुसी f(0) ਦਾ इंटैगरल पार्ट ਲੈਂਦੇ ਹੋ दैट इज -3। ਬੰਦਾ ਕਹਿੰਦਾ ਦੱਸੋ ਜੀ -3 ਕਿਵੇਂ ਆ ਗਿਆ ਤੁਹਾਡੇ ਪਾਸ। ਠੀਕ ਹੈ ਜੀ, ਹੁਣੇ ਤੁਹਾਨੂੰ ਕੀ ਕਹਿ ਕੇ ਆਇਆ ਸੀ ਵੀ ਜਿਹੜਾ -5/2 ਹੈ ਨਾ, -5/2 ਤੁਸੀਂ ਲਿਖਿਆ, ਇਹ 2.5 ਹੈਗਾ ਤੁਹਾਡੇ ਕੋਲ। ਠੀਕ ਹੈ ਜੀ, 2.5 ਹੈਗਾ ਤਾਂ ਇਹਦਾ ਮਤਲਬ ਹੈ ਇਹਦੇ ਵਿੱਚ 2 ਇੰਟੈਗਰਲ ਪਾਰਟ ਹੈ ਤੇ 0.5 ਜਿਹੜਾ ਫ੍ਰੈਕਸ਼ਨ ਹੈ ਦਿਖਦਾ ਹੈ, ਪਰ ਇਹਨੂੰ ਪੋਜ਼ਿਟਿਵ ਬਣਾਉਣਾ ਹੈ ਹਾਲੇ। ਸੋ ਮੈਂ ਇਹਦੇ ਵਿੱਚ ਐਡ ਕਰ ਦਿੱਤਾ, ਇੱਕ ਇੱਥੇ ਕਰ ਦਿੱਤਾ, ਇੱਕ ਇੱਥੇ ਕਰ ਦਿੱਤਾ 0.5। ਸੋ ਜਦੋਂ ਇੱਥੇ ਕੀਤਾ ਇਹ ਮਾਈਨਸ ਦਾ 3 ਹੋ ਗਿਆ ਤੁਹਾਡੇ ਪਾਸ, ਇਹ ਪਲੱਸ ਦਾ 0.5 ਹੋ ਗਿਆ। ਇਹਦਾ ਮਤਲਬ ਜੇ ਤੁਸੀਂ ਇਹਦੀ ਇੰਟੈਗਰਲ ਪਾਰਟ ਦੇਖੋਗੇ दैट इज -3, ਤੇ ਜੇ ਤੁਸੀਂ ਇਹਦਾ ਫ੍ਰੈਕਸ਼ਨਲ ਪਾर्ट देखोगे ਤੁਹਾਡੇ पास तो फ्रैक्शनल पार्ट आएगा वो आ जाएगा 1/2। सो एक पार्ट ਤੁਹਾਡਾ इंटैगरल आ गया जी, एक पार्ट ਤੁਹਾਡਾ फ्रैक्शनल आ गया ਤੁਹਾਡੇ ਕੋਲ। सो ਆਹ ਵਾਲੀ ਚੀਜ਼ ਜਿਹੜੀ ਹੈਗੀ ਹੈ ਤੁਹਾਡੇ ਕੋਲ ਆਪਾਂ ਨੂੰ ਪਤਾ ਲੱਗ ਗਈ। ਠੀਕ ਹੈ, ਹੁਣ ਆਪਾਂ ਸਿਰਫ ਆਪਸ਼ਨਸ ਤੇ ਜਾ ਕੇ ਦੇਖਣਾ ਕਿਹੜੀ ਆਪਸ਼ਨ ਸਾਡੀ ਵੈਲਿਡ ਹੈ। इंटैगरल -3, फ्रैक्शनल ਅੱਧਾ। सो इंटैगरल पार्ट -3 आंदा है ਤੁਹਾਡੇ ਕੋਲ, ਆਹ ਵਾਲੀ f(0) -5/2 ਆ ਤਾਂ ਆਪਸ਼ਨ ਹੀ ਰੋਂਗ ਹੈ। ठीक है, ਇਹਦੀ इंटैगरल पार्ट -3 है, आ भी गलत है। फ्रैक्शनल पार्ट माइनस फ्रैक्शन कदे होंदी नहीं, आ भी गलत है। सो लास्ट वाली ऑप्शन बचनी चाहिए है, दोनों की गुणा माइनस आ, तो देखो -3 गुणा 1/2, एक -3 आया सीगा ਤੁਹਾਡੇ ਕੋਲ, एक 1/2 आया सी। सो ਇਹਦਾ मतलब आ ऑप्शन ਤੁਹਾਡੀ ठीक है। सो वेरी इंपॉर्टेंट क्वेश्चन है जी, इस तरह का जेई ਦੇ ਵਿੱਚ अक्सर क्वेश्चन आ जाता है। सो ਤੁਸੀਂ ख्याल रखना हैगा जी। दूसरी चीज़ ਜਿਹੜੇ ਬੱਚੇ 12th वाले ਹੁੰਦੇ ਨੇ ਉਹਨਾਂ ਨੇ ਐਲ ਹਸਪੀਟਲ रूल पढ़िया नहीं होंगे, दैन वो अपना ट्रेडिशनल यूज़ करते हैं। सो कृपा करके ट्रेडिशनल ना यूज़ करना, जिथे थोनों लगता एल हॉस्पिटल रूल चाहिए है तुसी उत्थे चक देना
ਤੁਹਾਡੇ ਕੋਲ। ਔਰ ਤੁਸੀਂ ਮੈਂ ਇਹਦੀ ਪਲੇਲਿਸਟ ਬਣਾ ਦੂੰਗਾ। ਤਾਂ ਐਲ ਹਸਪੀਟਲ ਰੂਲ ਦੇ ਉੱਤੇ ਮੇਰੇ ਕੋਲ 2-3 ਲੈਕਚਰ ਵਧੀਆ ਕੁਐਸਚਨਾਂ ਦੇ ਕੀਤੇ ਹੋਏ ਹੈਗੇ ਨੇ, ਬਟ ਵੀਡੀਓ ਇੰਨੇ ਪਏ ਆ ਚੈਨਲ ਤੇ, ਕਈ ਵਾਰ ਬੱਚੇ ਨੂੰ ਲੱਭਦੇ ਹੀ ਨਹੀਂ ਗਏ ਤੁਹਾਡੇ ਕੋਲ, ਠੀਕ ਹੈ। ਸੋ ਉਹ ਮੈਂ ਹੁਣ ਕੋਸ਼ਿਸ਼ ਕਰਦਾ ਕਿ ਜਿਹੜਾ ਹੈਗਾ ਤੁਹਾਡੇ ਪਾਸ ਆਪਾਂ ਸੈਟਿੰਗ ਕਰਦੇ ਹਾਂ ਤੁਹਾਡੇ ਕੋਲ। ਜਿਹੜੇ ਬੱਚੇ BSc ਵਾਲੇ ਨੇ ਹੈ ਨਾ, BSc ਵਾਲੇ ਜਾਂ BTech ਵਾਲੇ, ਉਹ ਮੇਰੇ ਇੱਕ ਨਵਾਂ ਚੈਨਲ ਹੈਗਾ ਲਰਨ ਮੈਥ, ਹਾਂ ਲਰਨ ਹਾਇਰ ਮੈਥ ਵਿਦ ਗੁਰਪ੍ਰੀਤ ਸਰ। ਸੋ ਇਹ ਵਾਲਾ ਜਿਹੜਾ ਹੈਗਾ ਤੁਹਾਡੇ ਕੋਲ, ਇਹ ਤੁਸੀਂ ਸਰਚ ਕਰੋਗੇ ਮਿਲ ਜਾਏਗਾ। ਹਾਲੇ ਵੀਡੀਓ ਜ਼ਿਆਦਾ ਨਹੀਂ ਹੈਗੇ ਤੁਹਾਡੇ ਕੋਲ, 5-7 ਵੀਡੀਓ ਹੈਗੇ, ਬਟ ਇਹਦੇ ਵਿੱਚ BTech BSc MSc ਔਰ ਜਾਂ ਹਾਇਰ ਲੈਵਲ ਦੇ ਐਗਜ਼ਾਮ ਹੈ ਤੁਹਾਡੇ ਪਾਸ, मतलब बहुत ज़्यादा कि गेट, ठीक है जी, GRE, तो ये परपस है उन्होंने ਤੁਹਾਡੇ ਕੋਲ ਹਾਲੇ ਸਟਾਰਟਿੰਗ ਹੈ, ਬਟ ਚਲੇਗਾ ਇਹ ਵੀ ਸਿਸਟਮ, ठीक है जी। सो ये चीज़ होगी जी ਤੁਹਾਡੇ ਕੋਲ। तो ਹੁਣ ਆਪਾਂ ਦੇਖੀਏ ਤੁਹਾਡੇ ਕੋਲ, ਆਪਾਂ ਅਗਲਾ ਕੁਐਸਚਨ ਲਈਏ। अगला क्वेश्चन F कहता ये डिफाइन है, ठीक है जी। डिफाइंड बाय दिस कॉन्टीन्यूज हैगा, तो के दी वैल्यू लिखनी है। डेफिनेटली कॉन्टीन्यूज इस कॉन्टीन्यूज एट एक्स इक्वल टू π/4 की ही गल होएगी, क्योंकि जिदे ते क्वेश्चन डिफाइन होंदा, चाहे दिता चाहे नहीं दिता, वही लेना होंदा। सो कॉन्टीन्यूज है तो के दी वैल्यू होगी। फिर दोबारा वही तुसी जदों ट्रेडिशनली नहीं जाना, तुसी सिंपली इनू चकना हैगा, तुसी एल हॉस्पिटल रूल लगाओगे किवें, √2 cos x - 1 है, √2 cos x - 1 है, ठीक है जी। सो नीचे मेरे ख्याल cot x - 1 है, तो लिमिट x अप्रोचेस टू π/4 है। तो cot π/4 1 इज cos π √2, सो 0/0 फॉर्म बनती है। आ देखो तुसी जिहड़ा है, क्योंकि मैं समझा रहा वा, बट जे अदरवाइज तुसी को ठीके ही मारने होंदे ने तुहाडे कोल, तां ठीके मारन लई तां सिर्फ ये 20 मिनट च होने चाहिए सारे क्वेश्चन। सो एक्स अप्रोच आ 4 है, उत्ते 2 cos x है, नीचे cot x - 1 हैगा तुहाडे कोल। सो आ वाली चीज़ होगी जी, जे आ वाली चीज़ होगी तुहाडे कोल, सो ए वाली चीज़ होगी तुहाडे कोल, तो ਇਹਦਾ मतलब 0/0 एल हॉस्पिटल ला लो, cos का की हो गया -sin x, 1 का डेरिवेटिव हो गया 0, माइनस कोसिकेंट स्केयर x, ये चीज़ ये कैंसल कर दी तो उत्ते चला गया, √2 उरे sin क्यूब x हो गया, x अप्रोचेस टू π/4 का मतलब है 1/√2, 3 बारी आना, 3 बारी आने का मतलब है इनू ये कैंसल कर लो। सो 1/2, क्योंकि कंटिन्यूज है तो परली साइड पर के है, के दे बराबर होएगा, इट मीनस के दी वैल्यू 1/2 आएगी। सो ईजी क्वेश्चन, और +2 तो ज़्यादा बैटर ट्रिक आप लगा देता, +2 तुसी रैशनलाइज करते, 2 बार साइन कॉस कन्वर्ट करते तो उलझावा वड्डा पै जाना सी। सो 8वां क्वेश्चन वेरी इंपॉर्टेंट, इस क्वेश्चन तो बाद मैं वीडियो मुकाऊंगा। और अगर इस क्वेश्चन की गल करिए, ठीक है, मेरे ख्याल 3 टाइम्स तो यह जेई च आ चुका है, मतलब एक बार जो आप नॉमनक्लेचर जेई डिफाइन करते हैं, बाकी जोड़ा है तुहाडे पास 2 बार शायद उस टाइम AEEE या जिन्होंने IIT स्क्रीनिंग कहते सी। सो IIT विच भी क्वेश्चन रिपीट होंगे ने, हाँ 4 की बजाय 5 हो जाए, यदी टेंशन नहीं लैनी, मैं सिर्फ टाइप की गल कर रहा तुहाडे पास। सो बहुत इंपॉर्टेंट क्वेश्चनस है जी। देखो इन्ने सिलेक्टेड क्वेश्चनस ने, इन्नी क मेहनत ना बनाए हुए ने तुहाडे कोल, बई किताबां फरोल के, तो ये विचों डेफिनेटली तुहानूं आइडिया मिलेगा, और कंसैप्ट तुहाडे बहुत अच्छे हो जाएंगे। सो अगर कंसैप्ट की गल करिए, सो कहता T ग्रेटेस्ट इंटीजर आ चीज़ ये है, तो तुसी इस फंक्शन की वैल्यू दसनी, ये दसना किस पॉइंट ते डिसकॉन्टीन्यूज है, किस पॉइंट ते डिसकॉन्टीन्यूज हैगा तुहाडे कोल, ठीक है जी। तो जिहड़ा हैगा तुहाडे कोल आपां देखना है। सो अगर तुहाडे कोल डिसकॉन्टीन्यूज देखना किस पॉइंट ते है, तो सिंपल जी गल है, इत्थे आ वैल्यूज़ फिल करो तुसी a+1, तो जिस वैल्यू ते अल्टीमेटली रोला सारा इहदा ही है, जिस वैल्यू ते उरे इंटीजर आंसर आ जाता है, वो वैल्यू तुहाडी जिहड़ी हैगी है तुहाडे कोल कहंदा इट इज़ ग्रेटेस्ट इंटीजर, वो तो ठीक है। द फंक्शन इज़ डिसकॉन्टीन्यूज, ठीक है जी, फंक्शन डिसकॉन्टीन्यूज होगा वैन x इक्वल टू x की केड़ी वैल्यू ते डिसकॉन्टीन्यूज होएगा तुहाडे कोल, ठीक है जी। सो अगर आप देखिए तुहाडे कोल, देखो sin πx है, sin πx तो साइन नूं कोई प्रॉब्लम क्रिएट कर नहीं रहा है तुहाडे कोल, ठीक है जी, ये तो पक्की गल है तुहाडे कोल। तो फिर ਇਹਦਾ मतलब जिहड़ा हैगा है कर कौन रहा प्रॉब्लम क्रिएट, ठीक है, कर तो सिर्फ ग्रेटेस्ट इंटीजर रहा, और उरे ग्रेटेस्ट इंटीजर दा स्केयर है,
ठीक है जी। तो ਜਿਹੜਾ ਹੈਗਾ ਤੁਹਾਡੇ ਕੋਲ ਇਹ ਚੀਜ਼ ਆਪਾਂ ਦੇਖਣੀ ਹੈਗੀ ਹੈ ਤੁਹਾਡੇ ਕੋਲ ਬਈ। ਚਲੋ ਪਹਿਲਾਂ ਤਾਂ ਆਪਾਂ a ਦੀ ਵੈਲਿਊ ਨਿਕਾਲਦੇ ਹਾਂ ਤੁਹਾਡੇ ਕੋਲ, ਠੀਕ ਹੈ ਜੀ। ਸੋ ਅਗਰ a ਸੋਲਵ ਹੋਏਗਾ ਫਿਰ ਆਪਾਂ ਦੇਖਣਾ ਹੈਗਾ ਤੁਹਾਡੇ ਕੋਲ, ਮਤਲਬ ਸਿੱਧੀ ਜੀ ਗੱਲ ਹੈ, ਤੁਸੀਂ ਸਿੰਪਲ ਐ ਦੇਖੋ ਕਿ ਅਗਰ ਇੱਥੇ ਤੁਸੀਂ ਜਿਸ ਚੀਜ਼ ਦਾ ਤੁਸੀਂ ਸਕੇਅਰ ਕਰਦੇ ਹੋ ਤੁਹਾਡੇ ਕੋਲ, ਮਤਲਬ ਉਰੇ ਅਗਰ ਵੈਲਿਊ ਰੂਟ ਵਿੱਚ ਆ ਜਾਵੇ, ਠੀਕ ਹੈ, ਧਿਆਨ ਨਾਲ ਸਮਝਣਾ, ਕਿਉਂਕਿ ਇੱਕ ਕੁਐਸਚਨ ਜੇ ਤੁਸੀਂ ਯਾਦ ਕੀਤਾ ਹੋਵੇ ਤੁਹਾਡੇ ਕੋਲ, ਠੀਕ ਹੈ, ਤੁਸੀਂ ਕਿਹਾ ਸੀਗਾ ਕਿ ਉਰੇ ਕਿਹੜੀ ਵੈਲਿਊ ਫਿਲ ਕਰੀਏ ਇਸ ਇੰਟਰਵਲ 'ਚ ਹੋਵੇ, ਇਹ ਪਹਿਲੇ ਲੈਕਚਰ ਦੀ ਗੱਲ ਹੈ। ਇੱਥੇ ਤੁਸੀਂ ਜਦੋਂ ਤੁਹਾਨੂੰ ਯਾਦ ਹੋਵੇ ਤਾਂ ਤੁਸੀਂ x ਦੀ ਵੈਲਿਊ ਐਵੇਂ ਲਈ ਸੀ ਕਿ ਇਸ ਵੈਲਿਊ ਤੇ ਵੀ ਇੱਕ ਸਕੇਅਰ ਹੋ ਕੇ ਖਤਮ ਹੋ ਜਾਂਦੀ ਹੈ, ਤਾਂ ਆਹ ਵਾਲੀ √2 ਸੋ ਇੱਥੇ ਇੰਟੈਗਰਲ ਵੈਲਿਊ ਆਉਂਦੀ ਹੈ, ਤਾਂ ਇੱਥੇ ਡਿਸਕੰਟੀਨਿਊਟੀ ਸਟਾਰਟ ਹੋ ਜਾਂਦੀ ਹੈ ਤੁਹਾਡੇ ਕੋਲ, ਠੀਕ ਹੈ। ਸੋ ਅਗਰ ਇਸ ਕੁਐਸਚਨ ਨੂੰ ਮੈਂ ਦੇਖਾਂ, ਸਭ ਤੋਂ ਪਹਿਲਾਂ ਮੈਨੂੰ ਇਹ ਲੱਭਣਾ ਪਏਗਾ, ਤੁਸੀਂ ਸਿਰਫ ਦੇਖੋ ਕਿ ਅਗਰ a ਦੀ ਵੈਲਿਊ ਇਹ ਇਰੈਸ਼ਨਲ ਸਰਡ ਹੈ, ਜਿਸ a ਦੀ ਵੈਲਿਊ ਤੇ ਇਹ ਅੰਡਰ ਰੂਟ ਵਿੱਚ ਹੀ ਰਹਿ ਜਾਂਦਾ ਹੈ, ਉਹ ਵੈਲਿਊ ਤੁਸੀਂ ਸਿਲੈਕਟ ਕਰ ਲੈਣਾ। ਤੁਹਾਡੇ ਕੋਲ ਜਿਹੜੀ ਵੈਲਿਊ ਪਹਿਲਾਂ ਹੀ ਨਿਕਲ ਜਾਂਦੀ ਹੈ ਤੁਹਾਡੇ ਕੋਲ ਜਿਹੜਾ ਹੈਗਾ ਉਹ ਵੈਲਿਊਜ਼ ਆਪਾਂ ਨਹੀਂ ਲਵਾਂਗੇ। ਮੀਨਸ ਤੁਹਾਨੂੰ ਉਹਨੇ ਕਿਹਾ ਕਿ ਕਿਸ ਪੁਆਇੰਟ ਤੇ ਡਿਸਕੰਟੀਨਿਊਟੀ ਹੈ। ਸੋ ਐਸੀ ਵੈਲਿਊ ਜਿਹਦਾ ਸਕੇਅਰ ਇੰਟੀਜਰ ਹੋਵੇ, ਐਂ ਦੇਖਣਾ, ਐਸੀ ਵੈਲਿਊ ਜਿਹਦਾ ਸਕੇਅਰ ਇੰਟੀਜਰ ਹੋਵੇ, ਖੁਦ ਨਾ ਇੰਟੀਜਰ ਹੋਵੇ, ਸਕੇਅਰ ਇੰਟੀਜਰ ਹੋਵੇ। तो मतलब ਜਿਹੜਾ ਹੈਗਾ ਤੁਹਾਡੇ ਪਾਸ ਆਪਾਂ ਕਿਹੜੀ ਵੈਲਿਊ ਲੈਣੀ ਹੈਗੀ ਹੈ ਜਿਹੜੀ ਤੁਹਾਡੇ ਕੋਲ, तो ਆਪਾਂ ਨੂੰ ਸਕੇਅਰ ਰੂ ਮਤਲਬ ਇਹਨਾਂ ਚੋਂ a ਦੀ ਵੈਲਿਊ ਜਿਸ ਵਿੱਚ ਭਰੇ ਤੇ ਸਕੇਅਰ ਰੂਟ ਬਚ ਜਵੇ ਉਹ ਵੈਲਿਊ ਲੈਣੀ ਹੈ ਆਪਾਂ ਨੇ, ਗੱਲ ਖਤਮ ਹੈ ਤੁਹਾਡੇ ਕੋਲ। ਸੋ ਪਹਿਲਾਂ ਮੈਂ a ਲਈ ਸੋਲਵ ਕਰੂੰਗਾ। ਸੋ ਪਹਿਲਾਂ ਆਪਾਂ a ਦੇਖੀਏ ਕੀ ਹੈਗਾ। ਸਭ ਤੋਂ ਮੇਨ ਦਿੱਕਤ ਹੈ ਆ a ਹੈਗਾ ਤੁਹਾਡਾ, ਇਹ 4/x ਹੈ, ਉਰੇ ਗ੍ਰੇਟੈਸਟ ਇੰਟੀਜਰ ਹੈ, ਇਹਦੀ ਵੈਲਿਊ ਨੂੰ ਆਪਾਂ a ਕਹਿੰਦੇ ਆ, ਠੀਕ ਹੈ ਜੀ। ਸੋ ਆਪਾਂ ਨੂੰ ਹੋਰ ਉਹਨੇ ਕੀ ਦਿੱਤਾ ਹੋਇਆ, x ਅਪਰੋਚਿਸ ਟੂ 0 ਹੈਗਾ, तो x अप्रोचेस टू 0 है ਤੁਹਾਡੇ ਪਾਸ। ਸੋ ਮੇਨ ਚੀਜ਼ ਹੈ ਕਿ ਆਹ ਲਿਮਟ ਕਿੱਦਾਂ ਸੋਲਵ ਹੋਏਗੀ। ਸੋ ਜੇ ਆਹ ਚੀਜ਼ ਆ ਗਈ ਤੁਹਾਡੇ ਕੋਲ, ਇਹ ਲਿਮਟ ਕਿਸ ਤਰ੍ਹਾਂ ਸੋਲਵ ਹੋਏਗੀ, ਤੁਸੀਂ ਇਸ ਚੀਜ਼ ਦਾ ਖਿਆਲ ਰੱਖਣਾ। ਜੋ ਇਦਾਂ ਦੇ ਹਾਲਾਤ ਆ ਜਾਣ ਨਾ, ਤਾਂ ਆਹ ਫਾਰਮੂਲਾ ਯੂਜ਼ ਕਰ ਲਈਦਾ ਕਿ ਇਹ ਇੰਟੈਗਰਲ ਪਾਰਟ ਹੁੰਦਾ, ਇਹ ਫ੍ਰੈਕਸ਼ਨਲ ਪਾਰਟ ਹੁੰਦਾ। ਅਗਰ ਤੁਸੀਂ ਇਹਨੂੰ ਹਟਾਣਾ ਇੰਟੈਗਰਲ ਨੂੰ, ਤਾਂ ਇੱਥੇ ਫ੍ਰੈਕਸ਼ਨਲ ਘਟਾ ਲਓ, ਕਈ ਵਾਰ ਰਾਹ ਮਿਲ ਜਾਂਦੇ ਇੱਦਾਂ। ਤਾਂ ਇਹਦਾ ਮਤਲਬ ਹੈ ਜੇ ਮੈਂ ਉਰੇ x ਲਿਖਦਾ ਤਾਂ ਇਹਦੀ ਵੈਲਿਊ ਲਿਖੀ ਜਾ ਸਕਦੀ ਹੈ। ਅਗਰ ਇਸ ਤੇ ਫਾਰਮੂਲਾ ਲਾਣਾ ਤਾਂ ਡੈਫੀਨੇਟਲੀ ਇਸ ਤਰ੍ਹਾਂ ਲੱਗੇਗਾ ਨਾ, 4/x, ਠੀਕ ਹੈ, ਕਿਉਂਕਿ ਸਿੰਪਲ ਜੀ ਗੱਲ ਹੈ। ਮੈਂ ਤਾਂ ਇਹ ਸਿੰਪਲ ਐਗਜ਼ਾਮਪਲ ਦਿੱਤੀ ਹੈ ਵੀ ਗ੍ਰੇਟੈਸਟ ਇੰਟੀਜਰ ਦੀ ਵੈਲਿਊ ਆ ਹੁੰਦੀ ਹੈ, ਤੁਸੀਂ ਤਾਂ ਗ੍ਰੇਟੈਸਟ ਇੰਟੀਜਰ ਇਹਦਾ ਕੱਢਣਾ ਹੈ ਨਾ, ਤਾਂ ਇਹਦਾ ਮਤਲਬ ਤੁਸੀਂ ਐਂ ਲਿਖੋਗੇ 4/x - 4/x ਦਾ ਫ੍ਰੈਕਸ਼ਨਲ ਪਾਰਟ। ਸੋ ਅਲਟੀਮੇਟਲੀ ਤੁਸੀਂ ਲਿਖੋਗੇ ਤੁਹਾਡੇ ਕੋਲ, ਕਿਉਂਕਿ ਤੁਹਾਡੇ ਕੋਲ ਕੁਐਸਚਨ ਰਕਮ ਹੈ, ਤਾਂ ਤੁਸੀਂ ਲਿਖੋਗੇ 4/x। ਦੁਬਾਰਾ ਲਿਖੋ, ਸੋ ਤੁਸੀਂ ਲਿਖੋਗੇ 4/x, ਠੀਕ ਹੈ, ਬਾਹਰ x ਹੈਗਾ ਇਹ ਬ੍ਰੈਕਟ ਹੈ, -4/x ਦਾ ਫ੍ਰੈਕਸ਼ਨਲ ਪਾਰਟ। ਸੋ ਇੱਥੇ ਵਾਲੀ ਆ ਗਈ a। तो लिमिट x अप्रोचेस टू 0 हैगा ही हैगा। सो 4 ਨਾਲ ਮਲਟੀਪਲਾਈ ਕਰ ਦੇਣਾ, ਇੱਥੇ x, ਇੱਥੇ ਕੱਲਾ x ਆ ਜਾਣਾ, ਇੱਥੇ 4/x ਦਾ ਫ੍ਰੈਕਸ਼ਨ ਪਾਰਟ ਆ ਜਾਣਾ, ਤਾਂ ਇੱਥੇ ਇਹ ਆ ਜਾਣਾ। ਹੁਣ ਤੁਸੀਂ ਦੇਖਣਾ ਆ ਤਾਂ 4 ਹੈ, ਆਹ ਵਾਲੀ ਵੈਲਿਊ ਤੁਹਾਡੀ 0 ਆ ਜਾਏਗੀ, x ਅਪਰੋਚਿਸ ਟੂ 0 ਤੇ, ਤਾਂ ਤੁਹਾਡਾ ਆਨਸਰ ਆ ਜਾਏਗਾ x a ਦੀ ਵੈਲਿਊ 4। ਹੁਣ ਇੱਥੇ ਬੜੇ ਤੁਹਾਡੇ ਕੋਲ ਨਾ ਬੜੇ ਕਨਫਿਊਜ਼ਨ ਕ੍ਰੀਏਟ ਹੋ ਜਾਣੀ ਹੈ। ਤੁਹਾਡੇ ਕੋਲ ਕਈਆਂ ਨੇ ਕਹਿਣਾ ਵੀ ਆਹ ਸਰ ਰਕਮ ਸੀਗੀ ਤੇ x ਅਪਰੋਚਿਸ ਟੂ 0 ਸੀਗਾ, ਤਾਂ ਤੁਸੀਂ ਇਹਨੂੰ 0 ਕਿਵੇਂ ਲਿਖ ਦਿੱਤਾ ਭਾਈ, ਜੇ ਮੈਂ ਇੱਥੇ 0 ਭਰੂੰਗਾ ਤਾਂ ਇੱਥੇ ਵੀ 0 ਭਰੂੰਗਾ। ਨਹੀਂ, ਮੈਂ ਤੁਹਾਨੂੰ ਸਟਾਰਟਿੰਗ 'ਚ ਕੀ ਕਿਹਾ ਸੀ, ਆਹ ਅਪਰੋਚਿਸ 0 ਨੂੰ ਕਰ ਰਿਹਾ। ਅਗਰ x ਅਪਰੋਚਿਸ 0 x 0 ਹੈ, ਆਹ ਤੁਹਾਡਾ ਬਾਉਂਡਡ ਫੰਕਸ਼ਨ ਹੈ। ਬਾਉਂਡਡ ਫੰਕਸ਼ਨ ਸਮਝਦੇ ਹੋ, ਫ੍ਰੈਕਸ਼ਨਲ ਪਾਰਟ ਜੋ ਮਰਜ਼ੀ ਹੋਵੇ ਉਹਦਾ ਆਨਸਰ 0 ਔਰ 1 ਦੇ ਵਿੱਚ ਹੀ ਆਣਾ। ਇੱਕ ਬਾਉਂਡਡ ਹੋਵੇ, ਇੱਕ 0 ਨੂੰ ਅਪਰੋਚ ਕਰਦਾ ਹੋਵੇ, ਰਿਜ਼ਲਟ ਸ਼ੋਰਲੀ 0 ਆਏਗਾ, ਇਹ ਆਪਾਂ ਨੂੰ ਪਤਾ ਹੋਣਾ ਚਾਹੀਦਾ। ਸੋ ਅਲਟੀਮੇਟਲੀ a ਦੀ ਵੈਲਿਊ ਤੁਹਾਡੀ ਜਿਹੜੀ ਹੈਗੀ ਹੈ ਉਹ 4 ਆ ਗਈ। a ਦੀ ਇਸ ਵੈਲਿਊ ਤੇ ਜਿਹੜਾ ਫੰਕਸ਼ਨ ਇਰੈਸ਼ਨਲ ਰਹੇਗਾ ਤੁਹਾਡੇ ਕੋਲ, ਉਹਦਾ ਸਕੇਅਰ ਤੁਹਾਨੂੰ ਆਨਸਰ, ਮਤਲਬ a ਦੀ ਵੈਲਿਊ ਆਪਾਂ ਅਗਰ ਆਪਾਂ a ਦੀ ਵੈਲਿਊ 4 ਲੈਂਦੇ ਹਾਂ, ਠੀਕ ਹੈ। ਸੋ a ਦੀ ਵੈਲਿਊ 4 ਤੇ ਆਹ ਚੀਜ਼ ਨੇ 9 3 ਦੇ ਦੇਣਾ, ਆਹ ਤੇ 25 ਇਹਨੇ 3 ਦੇ ਦੇਣਾ, ਇਹਨੇ 5 ਦੇ ਦੇਣਾ, ਇਹਨੇ 2 ਦੇ ਦੇਣਾ। ਇਹਦਾ ਮਤਲਬ ਇਰੈਸ਼ਨਲ ਸਿਰਫ ਆਹੀ ਵੈਲਿਊ ਰਹਿੰਦੀ ਹੈਗੀ ਆ। ਇਸ ਵੈਲਿਊ ਤੇ ਤੁਸੀਂ ਇੱਕ ਇਰੈਸ਼ਨਲ ਰੂਟ ਰੱਖਦੇ ਹੋ ਜਿਹਦਾ ਸਕੇਅਰ ਇੰਟੀਜਰ ਹੋ ਜਾਂਦਾ, ਤਾਂ x ਦੀ ਵੈਲਿਊ ਐਸੀ ਚਾਹੀਦੀ ਸੀ ਜਿਹਦਾ ਸਕੇਅਰ ਇੰਟੀਜਰ ਹੋ ਜਾਵੇ ਤੁਹਾਡੇ ਪਾਸ, ਪਰ ਉਹ ਪਹਿਲਾਂ ਅੰਡਰ ਰੂਟ 'ਚ ਚਾਹੀਦੀ ਸੀ। ਸੋ ਇਹ ਤਾਂ ਪਹਿਲਾਂ ਸਾਰੀਆਂ ਅੰਡਰ ਰੂਟ ਤੋਂ ਫ੍ਰੀ ਹੋ ਗਈਆਂ। ਸੋ ਤੁਹਾਡਾ ਆਨਸਰ ਰਹੇਗਾ ਤੁਹਾਡੇ ਕੋਲ, ਠੀਕ ਹੈ ਜੀ। ਸੋ ਇਸ ਚੀਜ਼ ਦਾ ਆਪਾਂ ਖਿਆਲ ਰੱਖਣਾ। ਬਾਕੀ ਨੈਕਸਟ ਲੈਕਚਰ 'ਚ ਮਿਲਦੇ ਹਾਂ। ਥੈਂਕ ਯੂ ਜੀ।